ਅੱਜ ਤੁਹਾਡੇ ਵਾਸਤੇ ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ Chandigarh Tourism welcomes to you Rose Garden, which was named after the Indian former President Dr. Zakir Hussain, and it was established in 1967 as you are reading and noticing it. And the very beautiful quotation which stands carved on the copper, I am giving you a look on this ਵੀ ਇਹ ਵੇਖ ਲਓ ਤੁਸੀਂ ਵੀ ਇਹ ਕੀ ਚੀਜ਼ ਹੈ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਦੇਖੋ ਇਹ ਕਿਵੇਂ ਕਿੱਥੋਂ ਇਹ ਜਿਹੜੀ 16 ਸੈਕਟਰ ਦੀ ਡਿਵਾਈਡਿੰਗ ਰੋਡ ਹੈ ਮਾਰਕੀਟ ਵਾਲੀ ਇਹ ਉਹਦੇ ਵਿੱਚ ਤੁਰਿਆ ਆ ਰਿਹਾ ਕੰਮ। ਔਰ ਜੇ ਇਹ ਦੇਖਿਆ ਜਾਏ ਤਾਂ ਇਹ ਤੁਸੀਂ ਦੇਖ ਲਓ ਹੌਲੀ ਹੌਲੀ ਲੋਕ ਆ ਰਹੇ ਨੇ ਜਾ ਰਹੇ ਨੇ ਔਰ ਆਪਣੇ ਹਿਸਾਬ ਨਾਲ ਇਹ ਜਿਹੜੇ ਵੀ ਨਵੇਂ ਸੱਜਣ ਮਿੱਤਰ ਜ਼ਿੰਦਗੀ ਸ਼ੁਰੂ ਕਰ ਰਹੇ ਨੇ ਉਹ ਇਸ ਜ਼ਿੰਦਗੀ ਦੇ ਵਿੱਚ ਇਸ ਰੋਜ਼ ਗਾਰਡਨ ਦੀ ਜਿਹੜੀ ਹੈ ਖੂਬਸੂਰਤੀ ਉਹਦਾ ਮਜ਼ਾ ਮਾਣਨ ਲਈ ਆਉਂਦੇ ਨੇ। ਅਤੇ ਆਹ ਵਾਰਨਿੰਗ 'ਚ ਵੀ ਦੇਖ ਲਓ ਲਿਖੀਆਂ ਹੋਈਆਂ ਅਤੇ ਆਹ ਰੋਜ਼ ਗਾਰਡਨ ਵਿੱਚ ਸਾਈਕਲ ਚਲਾਉਣਾ ਮਨ੍ਹਾ ਹੈ ਇਹ ਵੀ ਲਿਖਿਆ ਹੋਇਆ ਹੈ। ਅਤੇ ਇਹ ਜਿਹੜੀ ਹੈ ਵੀਰਾਨ ਜ਼ਿੰਦਗੀ ਦੇਖ ਲਓ ਇਸ ਰੋਜ਼ ਗਾਰਡਨ ਦੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਕੋਈ ਟਾਵਾਂ ਸੱਜਣ ਹੈਗਾ ਅਤੇ ਜਿਹੜੇ ਫੁੱਲ ਨੇ ਉਹ ਵੀ ਜਾਂ ਕਰੋਨਾ ਦੀ ਮਾਰ ਥੱਲੇ ਆ ਗਏ ਨੇ ਅਤੇ ਜਾਂ ਉਹਨਾਂ ਨੂੰ ਵੀ ਇਹ ਸਮਝ ਲੱਗ ਗਈ ਹੈ ਬਈ ਸਾਡੀ ਖੂਬਸੂਰਤੀ ਨੂੰ ਸਲਾਹਣ ਵਾਲਾ ਵੀ ਕੋਈ ਨਹੀਂ। ਦੂਰ ਤੱਕ ਦੇਖ ਲਓ ਵੀਰਾਨੀਅਤ ਕੋਈ ਗ੍ਰਾਸੀ ਜਿਹੜੀ ਹੈ ਲੌਨਸ ਸਪਲੈਸ਼ੀਅਸ ਲੌਨਸ ਜਿਹੜੇ ਸੀਗੇ ਉਹ ਕੋਈ ਨਹੀਂ ਹੈਗੇ। ਕਿਤੇ ਕਿਸੇ ਕਿਆਰੇ ਦੇ ਵਿੱਚ ਇਹ ਜਿਹੜੀ ਹੈ ਇਹ ਗੱਲ ਚੱਲਦੀ ਪਈ ਹੈ ਕਿ ਆਪਸ ਵਿੱਚ ਗੁਲਾਬ ਵੀ ਗੱਲਾਂ ਕਰਦੇ ਪਏ ਨੇ ਚਿੱਟੇ ਗੁਲਾਬੀ ਗੁਲਾਬ ਅਤੇ ਇਸ ਤਰ੍ਹਾਂ ਦੇ ਗੁਲਾਬ ਜਿਹੜੇ ਨੇ ਉਹ ਆ ਰਹੇ ਨੇ ਸਾਹਮਣੇ ਤੁਹਾਡੇ। ਔਰ ਉਹਨਾਂ ਨੂੰ ਜੇ ਦਿਖਾਇਆ ਜਾਏ ਤੁਹਾਨੂੰ ਤਾਂ ਇਸ ਚੀਜ਼ ਨੂੰ ਇੱਕ ਸੋਚ ਸਕਦੇ ਹੋ ਤੁਸੀਂ ਕਿ ਇਸ ਵੀਰਾਨੀਅਤ ਦੇ ਆਲਮ ਦੇ ਵਿੱਚ ਅੱਜ ਜੇ ਐਡਾ ਵੱਡਾ ਫਾਲ ਹੋਇਆ ਹੈ ਤਾਂ ਕਿਉਂ ਹੋਇਆ? ਇਹ ਦਰਖਤ ਹੈ ਐਡਾ ਵੱਡਾ ਜਿਹੜਾ ਆਪਣੇ ਆਪ ਦੇ ਵਿੱਚ ਦੇਖੋ ਆਪਣੀ ਦਾਸਤਾਨ ਦੱਸ ਰਿਹਾ। ਔਰ ਤੁਹਾਨੂੰ ਮੈਂ ਨੇੜਿਓਂ ਹੋ ਕੇ ਦਿਖਾ ਦਿੰਦਾ ਕਿ ਇਹ ਜਿਹੜੀ ਦਾਸਤਾਨ ਹੈ ਇਹ ਕਿਵੇਂ ਇਹਦੇ ਜਿਹੜੇ ਹੰਝੂ ਨੇ ਇਹ ਕਿਰਦੇ ਵੀ ਰੁਕ ਗਏ ਨੇ। ਕਿਵੇਂ ਇਸ ਦਾ ਜਿਹੜਾ ਤਣਾ ਹੈ ਥੱਲਿਓਂ ਤੋਂ ਲੱਗ ਕੇ ਉੱਤੋਂ ਤੱਕ ਇੱਕ ਵੀਰਾਨੀਅਤ ਦੇ ਆਲਮ ਵਿੱਚ ਹੈ ਕਿ ਮੈਂ ਕਿਸ ਵੀਰਾਨ ਜ਼ਿੰਦਗੀ ਦੇ ਵਿੱਚ ਆ ਗਿਆ ਵਾਂ ਅਤੇ ਕਿਵੇਂ ਅਤੇ ਕਿੱਥੇ ਰਹਿ ਗਿਆ ਵਾਂ। ਦੇਖੋ ਇਸ ਨੂੰ ਕੱਟਣ ਦਾ ਵੀ ਯੋਗ ਉਪਰਾਲਾ ਜਿਹੜਾ ਨਹੀਂ ਕੀਤਾ ਗਿਆ ਔਰ ਜੇ ਕੱਟਿਆ ਗਿਆ ਤਾਂ ਇਹ ਜਿਹੜੀ ਹੈ ਇਸ ਜਗ੍ਹਾ ਦੀ ਦਾਸਤਾਨ ਦੱਸ ਰਿਹਾ। ਅੱਗੇ ਤੁਹਾਨੂੰ ਹੋਰ ਥੋੜ੍ਹਾ ਜਿਹਾ ਦਿਖਾ ਦਿੰਦਾ ਕਿ ਇਸ ਨੂੰ ਮੈਂ ਤੁਹਾਨੂੰ ਇਹ ਵੀ ਦਿਖਾ ਰਿਹਾ ਕਿ ਦੂਰ ਤੱਕ ਇਸ ਵੇਲੇ ਰੋਜ਼ ਗਾਰਡਨ ਜਿਹੜਾ ਉਹ ਫੈਲਿਆ ਹੋਇਆ। ਔਰ ਜੇ ਇਹ ਫੈਲਿਆ ਹੋਇਆ ਰੋਜ਼ ਗਾਰਡਨ ਹੈ ਤਾਂ ਤੁਸੀਂ ਇਹ ਦੇਖ ਲਓ ਕਿ ਕਿੱਥੇ ਆ। ਹੁਣ ਤੁਹਾਨੂੰ ਮੈਂ ਜਿਹੜੇ ਗੁਲਾਬ ਨੇ ਕੁਛ ਖਿਲੇ ਹੋਏ ਗੁਲਾਬ ਨੇ ਕੁਛ ਖਿਲਣ ਵਾਲੇ ਗੁਲਾਬ ਨੇ ਅਤੇ ਉਹਨਾਂ ਦੀ ਜਿਹੜੀ ਹੈ ਖੂਬਸੂਰਤੀ ਦੇ ਦਰਸ਼ਨ ਕਰਾ ਦਿੰਦਾ ਅਤੇ ਤੁਹਾਨੂੰ ਇਹ ਵੀ ਦਿਖਾ ਦਿੰਦਾ ਕਿ ਇਹ ਚਿੱਟਾ ਗੁਲਾਬ ਜਿਹੜਾ ਕਿਆਰੀਆਂ ਦੇ ਵਿੱਚ ਖਿੜਿਆ ਹੋਇਆ ਔਰ ਆਪਣੀ ਜਿਹੜੀ ਹੈ ਵੀਰਾਨੀਅਤ ਇਸ ਵੀਰਾਨੀਅਤ ਦੇ ਵਿੱਚ ਆਪਣੀ ਚਹਿਲ ਪਹਿਲ ਨੂੰ ਕਾਇਮ ਰੱਖ ਰਿਹਾ। ਇੱਧਰ ਇੱਕ ਹੋਰ ਕਿਆਰੀ ਹੈ ਜਿਹਦੇ ਵਿੱਚ ਅਜੇ ਬਡਸ ਆ ਗਈਆਂ ਲੇਕਿਨ ਬੰਦੇ ਨਹੀਂ ਆਏ, ਦੇਖਣ ਲਈ ਨਹੀਂ ਆਏ, ਸੋਚਣ ਲਈ ਨਹੀਂ ਆਏ, ਸਮਝਣ ਲਈ ਨਹੀਂ ਆਏ। ਅੱਗੇ ਤੁਹਾਨੂੰ ਥੋੜ੍ਹਾ ਜਿਹਾ ਹੋਰ ਦਿਖਾ ਦਿੰਦਾ ਕੋਈ ਗੁਲਾਬੀ ਅਤੇ ਔਰੇਂਜ ਜਿਹੜੇ ਨੇ ਉਹ ਸਿਰ ਕੱਟਦੇ ਪਏ ਨੇ। ਜੇ ਉਹ ਸਿਰ ਕੱਟਦੇ ਪਏ ਨੇ ਕਿਵੇਂ ਅਤੇ ਕਿਸ ਹਿਸਾਬ ਨਾਲ ਕੱਢਦੇ ਪਏ ਨੇ ਤੁਸੀਂ ਵੇਖ ਲਓ। ਇਹ ਜਿਹੜੇ ਸਿਰ ਕੱਢ ਜਿਹੜੇ ਇਹਨਾਂ ਦੇ ਖੁਸ਼ਬੂ ਸੀਗੇ ਇਹਨਾਂ ਦੀ ਜਿਹੜੀ ਇੱਕ ਪਹਿਚਾਣ ਸੀਗੀ ਇਹ ਜਿਹੜੀਆਂ ਸੜਕਾਂ ਜਿਹੜੀਆਂ ਭੀੜਾਂ ਨਾਲ ਸਕਾਲਰਾਂ ਨਾਲ ਪ੍ਰੋਫੈਸਰਾਂ ਨਾਲ ਇੰਟੈਲੀਜੈਂਟਸ ਨਾਲ ਡਾਕਟਰਾਂ ਨਾਲ ਵਕੀਲਾਂ ਨਾਲ ਅਤੇ ਹੋਰ ਕਿੰਨੇ ਕੰਮਕਾਰ ਵਾਲੇ ਕੰਮਕਾਜੀ ਲੋਕ ਸਨ ਉਹ ਆ ਕੇ ਇਹਨਾਂ ਦੀ ਸੁਗੰਧੀ ਮਾਣਦੇ ਸਨ ਨਜ਼ਾਰਾ ਲੈਂਦੇ ਸਨ। ਅੱਜ ਤੁਸੀਂ ਇਹ ਦੇਖ ਲਓ ਕਿ ਇਹ
ऑरेंज गुलाब है, ये मैं तुहानूं दिखा रहा। ये जिहड़े ने गुलाब, इन्हां दे विच जिहड़ियां पंखड़ियां ने उन्हां दी भी कदर करन वाला कोई नहीं रहा। जे उन्हां दी कदर कोई नहीं तो अज तुसीं देख सकते हो कि ये पंखड़ियां जिहड़ियां उस तरह ही टुटियां पईयां ने जिवें अज मनुख दे रिश्ते टुटे पे ने। अज जिवें सिस्टम टुट गया है, अज जिवें सिस्टम की जिहड़ी चपेड़ है वो सारी दुनिया मानवता के सिर दे उत्ते पै रही है। और जिहड़े सिस्टम दे होल्ड करन वाले बशिंदे ने, जिहड़े अफसर ने, जिहड़े उहदे इंस्ट्रूमेंटैलिटीज़ ने, उन्हां दे मूँह जिहड़े ने दूजे पासे नहीं लगे। क्योंकि तनख्वाहां पूरियां मिल रही हैं तो वो किसी भी गल दे उत्ते उन्हां नूं ये फिक्र नहीं, फाका नहीं कि वो ड्यूटी निभा रहे ने देश प्रति या नहीं निभा रहे। जे वो ड्यूटी देश प्रति नहीं निभा रहे तो फिर इसका जिहड़ा आलम है वो किवें दा, किस तरह का, ये तुहाडे सामने है। तो मैं तुहानूं अज एक गल होर भी कहनी चाहना। सिस्टम गिर चुकिया है, कॉन्स्टिट्यूशन गिर चुकिया है, भारत सरकार गिर चुकी है। कौन कौन गिर चुकिया है, कौन कौन नहीं गिरा। इस दिल के टुकड़े हज़ार हुए, कोई इधर गिरा कोई उधर गिरा। ये देश की जिहड़ी है विथ्या है, ये जिहड़ी है सांझी करन लगे हैं। अज मेरे नाल प्रोफैसर अनिल भाटिया जी इतफाक नाल फिर मेरे नाल ने। असी घर बह के ये सोचण दी बजाय कि गर्म बिस्तरे दे विच बैठीए तो कॉफ़ी का कप पीए या कोई स्नैक्स खाइए, उस नालों प्रैफर किया जे असी अपने देश की गल कर लीए, अपने देश के लोगों की गल कर लीए। जिहड़े लोग करोना की आड़ थले डिप्रैशन में जा रहे हैं, या भेजे जा रहे हैं, या धक्के जा रहे हैं, या धक्कियां दर धक्के हो रहे हैं उन्हां नाल, उस धक्कियां नूं थोड़ा जिहा तुहाडे नाल विचार अधीन किया जाए, साझा किया जाए। जरा ये तुहानूं मैं दूर दूर तक रोज़ गार्डन की जिहड़ी दशा उस दे बारे जानू करा रहा। प्रोफैसर अनिल भाटिया जी मेरे नाल ने, वो तुहाडे रूबरू ने। कुछ गल्लां वो भी तुहाडे नाल साझीआं करनियां चाहते हैं। जगमोहन सिंह भट्टी एडवोकेट चैनल तुहाडे लई हाज़र है। प्रोफैसर अनिल भाटिया जी। Thank you, Pati Saab. Dear friends, today I am standing in the beautiful rose garden of Chandigarh, which is one of the largest rose garden in Asia, with more than 32,000 plants and about 100 varieties of roses. This garden was established in 1966 by Dr. M.S. Randhawa, ICS. But while standing amidst beautiful roses, at the same time, I am reminded of our dry, dull, drab judicial system and courts of law due to their apathy, indifference, and lackadaisical attitude. Judiciary is one of the strongest pillars of our functioning and vibrant democracy. Unfortunately, the two pillars, that is legislative and executive, they have failed to perform their constitutional duties by abdicating their duty and responsibility towards the welfare of the country and welfare of the people. Judiciary has always remained the last hope for the poor masses of this country, but even judiciary has failed to deliver the goods. Lakhs of cases have been pending in various courts of law to the detriment of poor litigants, and I don't see any positive result in this direction. The malady is very deep, and as far as our rotten judicial system, I won't use the word stinking judicial system, the rotten judicial system is concerned, it is not only the public which is responsible because of litigations, but also the advocates and the judges who are complementary and supplementary to each other. It is the duty of an advocate to present lawful facts before the courts, and it is the solemn duty of the judges also to decide a case in accordance with law. Lately, in a very landmark judgment,
the apex court has held that an advocate demeans himself if he simply acts as a mouthpiece of his client. An advocate must know the facts from both the sides, and it is for the judiciary to decide the case as per rules. Judiciary, having the deepest faith of the people of this country, is the only hope now left, and that faith should not be eroded in the minds of the people. The duty of the court is to expound and not to legislate. The duty of the court is to interpret the rule of law and to get it implemented in letter and spirit. Unfortunately, there is a widespread, rampant corruption in our judicial system, right from top to bottom, and no one has taken a serious note of this. Consequently, the poor litigants continue to suffer, and they don't speak out because of the fear of the contempt of the court. The poor people of this country hold the judicial system and our courts of law and the learned judges in very high esteem, and in fact, I think they consider our judges to be next to God. And if they are considered by the people as next to God, so at least they must behave and act like demigods, if not like gods. The problem is very serious. The issue is not contentious. We have lots of laws in our country, but the only problem is order. And order means following the rule of law and its implementation in letter and spirit. I would like to quote, "To perpetuate an error is no virtue, but to rectify the same is the compulsion of the judicial conscience." Judicial activism is all right, but not judicial adventurism. And the judges cannot go beyond the briefs, and they must decide every case as per the rules laid down by our legislature. I'm standing in the beautiful rose garden, and I pray and wish that in near future our courts will also bloom and blossom like beautiful rose flowers and will spread fragrance among the people by delivering them full justice in the interest of natural justice, equity, fair play, and good conscience. Justice does not mean miscarriage of justice or privacity of justice. This is what I have experienced during the last 34 years of my litigation in Punjab and Haryana High Court, but with no positive result till date whatsoever. I do pray to Almighty that good sense and justice will prevail upon our learned advocates and highly learned judges to do their duty in accordance with law and deliver justice to the poor people at the earliest. Thank you very much. God bless you all. ਪ੍ਰੋਫੈਸਰ ਅਨਿਲ ਭਾਟੀਆ ਜੀ ਨੇ ਇੱਕ ਗੱਲ ਤੁਹਾਡੇ ਵਿਚਾਰ ਅਧੀਨ ਲਿਆ ਦਿੱਤੀ ਹੈ, ਇਹ ਮਾਨਯੋਗ ਜੱਜਾਂ ਦੇ ਵੀ ਵਿਚਾਰ ਅਧੀਨ ਹੈ। ਅੱਜ ਇਹ ਦੇਖੋ, ਇਹ ਕਊਏ ਵੀ ਜਿਹੜੇ ਨੇ ਇੱਕ ਖੁਸ਼ੀ ਦੇ ਆਲਮ ਵਿੱਚ ਨੇ, ਤੇ ਇਹ ਇੱਕ ਗੱਲ ਕਹਿ ਰਹੇ ਨੇ, ਸੰਦੇਸ਼ਾ ਚੀਕ ਕੇ ਦੇ ਰਹੇ ਨੇ, ਓਏ ਦੁਨੀਆ ਦੇ ਲੋਕੋ, ਇੰਨੀ ਸੋਹਣੀ ਖੂਬਸੂਰਤ ਕੁਦਰਤ ਦੀ ਦੁਨੀਆ ਨੂੰ ਵਿਗਾੜਨ ਦੇ ਵਿੱਚ ਆਪਣਾ ਯੋਗਦਾਨ ਨਾ ਪਾਓ, ਸਹਿਯੋਗਦਾਨ ਕਰੋ। ਅੱਜ ਜੇ ਦੇਖਿਆ ਜਾਏ, ਮਾਨਯੋਗ ਸੁਪਰੀਮ ਕੋਰਟ ਦੀਆਂ ਜਿਹੜੀਆਂ ਜਜਮੈਂਟਸ ਨੇ ਉਹ ਬਾਰ-ਬਾਰ ਆ ਜਾਂਦੀਆਂ, ਤੇ ਸਾਡੀਆਂ ਮਾਨਯੋਗ ਹਾਈ ਕੋਰਟਸ ਜਿਹੜੀਆਂ ਉਹਨਾਂ ਦੀਆਂ ਧੱਜੀਆਂ ਕਿਵੇਂ ਉਡਾਉਂਦੀਆਂ। ਔਰ ਇੱਕ ਗੱਲ ਇਹ ਸਾਫ਼ ਤੇ ਸਪਸ਼ਟ ਤੌਰ 'ਤੇ ਵੀ ਨਜ਼ਰ ਆ ਜਾਂਦੀ ਹੈ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਸੀਂ ਹਾਈ ਕੋਰਟ ਨੂੰ ਰਿਕੁਐਸਟ ਕਰਦੇ ਹਾਂ, ਸੁਪਰੀਮ ਕੋਰਟ ਹਾਈ ਕੋਰਟ ਨੂੰ ਰਿਕੁਐਸਟ ਕਰ ਰਹੀ ਹੈ। ਇਹ ਇੱਕ ਨਵੇਂ ਟਰੈਂਡ ਚੱਲ ਪਏ ਨੇ, ਜਿਹੜੇ ਟਰੈਂਡ ਚੱਲ ਪਏ ਨੇ ਰਿਕੁਐਸਟ ਕਰਨ ਦੇ, ਅਤੇ ਇਸ ਰਿਕੁਐਸਟ ਨਾਲ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਪੈਰਲਲ ਸਿਸਟਮ ਹੈ ਉਹ ਆ ਗਿਆ। ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਕੋਈ ਵਿਖਰਿਆਉਤ ਨਹੀਂ ਰਹੀ। ਜੇ ਵਿਖਰੇਵਾਂ ਜਾਂ ਵਿਖਰਾਉਤ ਨਹੀਂ ਰਹੀ ਤਾਂ ਫਿਰ ਮਾਨਯੋਗ ਸੁਪਰੀਮ ਕੋਰਟ ਜਿਹੜੀ ਹੈ ਹਾਈ ਕੋਰਟ ਨੂੰ ਡਾਇਰੈਕਟ ਕਰਕੇ ਟਾਈਮ ਬਾਉਂਡ ਜਿਵੇਂ ਅੱਗੇ ਕਰਦੀ ਹੁੰਦੀ ਸੀ,
ਇਹ ਕਿਉਂ ਨਹੀਂ ਹੋ ਰਿਹਾ। ਪ੍ਰੀਵੀ ਕਾਉਂਸਲ ਦੇ ਵਿੱਚ ਇਹ ਗੱਲਾਂ ਜਿਹੜੀਆਂ ਚੱਲਦੀਆਂ ਸਨ, ਇਹ ਪ੍ਰੀਵੀ ਕਾਉਂਸਲ ਦੀਆਂ ਜੱਜਮੈਂਟਾਂ ਸਾਡੀਆਂ ਨੇ ਉਹ ਸਾਹਮਣੇ ਨੇ। ਔਰ ਦੇਖੋ ਗੱਲ ਇਸ ਤਰ੍ਹਾਂ ਦੀ ਚੱਲ ਰਹੀ ਹੈ ਕਿ ਜੇ ਇਹ ਕਿਹਾ ਜਾਏ ਇੰਨੀਆਂ ਗੱਲਾਂ ਕਰਕੇ ਵੀ ਸਾਡਾ ਗਲਾ ਸੁੱਕਦਾ ਤਾਂ ਦੇਖੋ ਜਿਹੜੇ ਲਿਟੀਗੈਂਟਸ ਨੇ ਉਹਨਾਂ ਦਾ ਗਲਾ ਕਿਵੇਂ ਸੁੱਕਦਾ ਹੋਏਗਾ ਜਦੋਂ ਉਹਨਾਂ ਨੂੰ ਇੱਕ ਅਨਿਆਏ ਜਿਹੜਾ ਮਿਲਦਾ ਹੈ ਜਾਂ ਇੱਕ ਤਰੀਕ ਦਰ ਤਰੀਕ ਮਿਲਦੀ ਹੈ। ਮਾਨਯੋਗ ਸੁਪਰੀਮ ਕੋਰਟ ਜਿਹੜੀ ਹੈ ਬਾਰ-ਬਾਰ ਇਹ ਕਹਿ ਰਹੀ ਹੈ ਕਿ ਕੌਂਸਟੀਟਿਊਸ਼ਨ ਦੀ ਸੋਲ ਜਿਹੜੀ ਹੈ ਉਹਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ। ਅਤੇ ਇਸ ਕਰੋਨਾ ਪੀਰੀਅਡ ਦੇ ਵਿੱਚ ਕੋਈ ਐਸੀਆਂ ਵਿਵਸਥਾਵਾਂ ਵੀ ਕਈ ਹਾਈ ਕੋਰਟਾਂ ਦੇ ਵਿੱਚ ਅਤੇ ਕੋਰਟਾਂ ਦੇ ਵਿੱਚ ਆਈਆਂ ਨੇ, ਜੇ ਮੈਂ ਨਾਮ ਨਾ ਲਵਾਂ ਤਾਂ ਜ਼ਿਆਦਾ ਚੰਗਾ ਰਹੇਗਾ। ਲੇਕਿਨ ਚੀਜ਼ ਇਹ ਹੈ ਵੀ ਉਹ ਵਿਵਸਥਾਵਾਂ ਜਿਹੜੀਆਂ ਨੇ ਉਹਨਾਂ ਨੇ ਜਿਹੜਾ ਕੌਂਸਟੀਟਿਊਸ਼ਨ ਦਾ ਦਿੱਤਾ ਰਾਈਟ, ਕੌਂਸਟੀਟਿਊਸ਼ਨਲ ਐਸਟੈਬਲਿਸ਼ਮੈਂਟ ਆਫ ਕੋਰਟਸ ਜਿਹੜੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਅਰਜੀ ਦੇਣ ਦੇ ਉੱਤੇ ਵੀ ਅੰਕੁਸ਼ ਲਾ ਦਿੱਤਾ ਵੀ ਅਸੀਂ ਆਪਣੀ ਮਰਜ਼ੀ ਨਾਲ ਅਰਜੀ ਲਵਾਂਗੇ ਅਤੇ ਜੇ ਨਹੀਂ ਤਾਂ ਕੰਮ ਫਰਜ਼ੀ ਸਮਝੋ ਤੁਸੀਂ। ਇਹ ਇੱਕ ਕਿਹਾ ਜਾਂਦਾ ਸੀਗਾ। ਇੱਕ ਗੱਲ ਆਮ ਤੌਰ 'ਤੇ ਸਪਸ਼ਟ ਸੀ ਕਿ ਮੈਂ ਬਣਾ ਦਿੱਤੀ ਅਰਜੀ, ਅੱਗੋਂ ਹਾਕਮ ਦੀ ਮਰਜ਼ੀ ਅਤੇ ਕੰਮ ਕਰ ਦਿੱਤਾ ਫਰਜ਼ੀ। ਇਹ ਜਿਹੜਾ ਇਹ ਦੇਖਿਆ ਜਾਏ ਤਾਂ ਇਹ ਫਰਜ਼ੀ ਕੰਮ ਜਿਹੜੇ ਨੇ ਇਹ ਜਿਹੜੇ ਆ ਇਹ ਨਹੀਂ ਹੋਣੇ ਚਾਹੀਦੇ। ਇਹ ਇੱਕ ਸੰਵਿਧਾਨ ਜਿਹੜਾ ਹਾਕਮ ਦੀ ਮਰਜ਼ੀ ਅਤੇ ਫਰਜ਼ੀ ਵਾਲਾ ਕੰਮ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਵਕੀਲ ਸਾਹਿਬ ਨੇ ਤਾਂ ਅਰਜੀ ਬਣਾਉਣੀ ਹੈ ਅਤੇ ਹਾਕਮ ਜੀ ਦਾ ਮਰਜ਼ੀ ਕਰ ਦੇਣੀ ਹੈ ਅਤੇ ਅੱਗੋਂ ਕੰਮ ਫਰਜ਼ੀ ਜਿਹੜਾ ਕਿੱਦਾਂ ਦੇ ਆਰਡਰ ਜਿਹੜੇ ਨੇ ਪਾਸ ਹੁੰਦੇ ਆ ਉਹਨਾਂ ਤੋਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ। ਅੱਜ ਜੇ ਦੇਖਿਆ ਜਾਏ ਮਾਨਯੋਗ ਹਾਈ ਕੋਰਟ ਦੀ ਰਜਿਸਟਰੀ ਜਿਹੜੀ ਹੈ ਸਾਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ, ਉਹ ਜਿਹੜੀ ਹੈ ਇੱਕ ਐਪਲੀਕੇਸ਼ਨ ਲੈਣ ਲਈ ਮੈਂਸ਼ਨਿੰਗ ਦਾ ਪ੍ਰੋਸੀਜਰ ਚਲਾ ਦਿੱਤਾ ਉਹਨਾਂ ਨੇ। ਔਰ ਮੈਂਸ਼ਨਿੰਗ ਦੇ ਪ੍ਰੋਸੀਜਰ ਦੇ ਵਿੱਚ ਜਿਹੜੀਆਂ 700 ਜਾਂ 800 ਦੀਆਂ ਮੈਂਸ਼ਨਿੰਗਸ ਦੇ ਵਿੱਚੋਂ 10% ਜਿਹੜੀਆਂ ਅਸੈਪਟ ਹੋ ਰਹੀਆਂ ਔਰ ਕਿੰਨਾਂ ਦੀਆਂ ਅਸੈਪਟ ਹੋ ਰਹੀਆਂ, ਇਹ ਇੱਕ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਹੈ। ਔਰ ਜਿਹੜੀ ਹੈ ਵਕੀਲਾਂ ਦੀ ਵੀ ਵੰਡ ਹੋ ਰਹੀ ਹੈ, ਅਨਰੀਜ਼ਨੇਬਲ ਕਲਾਸੀਫਿਕੇਸ਼ਨ ਵੀ ਹੋ ਰਹੀ ਹੈ। ਔਰ ਜਦੋਂ ਜੇ ਕੰਮ ਆਪਾਂ ਪੂਰਾ ਨਹੀਂ ਕਰਨਾ ਤਾਂ ਫਿਰ ਚੀਜ਼ ਇਹ ਹੈ ਪੂਰੀ ਤਨਖਾਹ ਲੈਣ ਦੇ ਵੀ ਆਪਾਂ ਕਿਵੇਂ ਹੱਕਦਾਰ ਹਾਂ। ਇਹ ਇੱਕ ਵਿਚਾਰ ਵਾਲੀ ਗੱਲ ਹੈ ਦੇਸ਼ ਵਾਸਤੇ ਵੀ, ਕੌਂਸਟੀਟਿਊਸ਼ਨ ਵਾਸਤੇ ਵੀ, ਸਾਡੀ ਮਾਨਯੋਗ ਹਾਈ ਕੋਰਟ ਦੇ ਜੱਜਾਂ ਵਾਸਤੇ ਵੀ ਇਹ ਵਿਚਾਰ ਅਧੀਨ ਹੈ। ਇਹ ਜਿਹੜੀ ਹੈ ਇਸ ਵੀਡੀਓ ਨੂੰ ਕ੍ਰਿਟਿਸਿਜ਼ਮ ਨਾ ਸਮਝਿਆ ਜਾਏ, ਇੱਕ ਹੈਲਦੀ ਜਿਹੜੀ ਹੈ ਸਬਮਿਸ਼ਨ ਅਤੇ ਸੁਜੈਸ਼ਨ ਸਮਝੀ ਜਾਏ। ਅਤੇ ਅੱਜ ਕੁਛ ਗੱਲਾਂ ਹੋਰ ਕਰਨੀਆਂ ਚਾਹੁੰਦੇ ਨੇ ਅਨਿਲ ਭਾਟੀਆ ਜੀ, ਉਹ ਫਿਰ ਮੇਰੇ ਨਾਲ ਰੂਬਰੂ ਨੇ, ਲਓ ਗੱਲ ਕਰ ਲਓ। Well, friends, at the end, I would like to share something that lately I happened to read the autobiography entitled Justice Against a Judge, written by the former Honorable Chief Justice of India, wherein he has written that even judges are not susceptible to influence. I do agree that judges, being human beings, can too err, because they are not red herrings in the Alice in Wonderland. But a judge should lead the life of a widow, and he should be above suspicion like Caesar's wife. As the old saying goes, that there are no statutory substitutes for the will to insist on the right standards. And judges do have responsibility, but they are without any accountability. But they should be answerable to somebody for the dereliction of duty on their part, which I do trust that they will take a serious note of this in the interest of the legal system and for the welfare of the poor masses. Thank you very much. ਇੱਕ ਗੱਲ ਤੁਹਾਨੂੰ ਹੋਰ ਚੇਤਾ ਦਿਆਂ, ਮੈਂ ਥੋੜ੍ਹੀ ਜਿਹੀ ਇੱਥੇ ਤੁਹਾਡੇ ਧਿਆਨ ਵਿੱਚ ਵੀ ਲਿਆ ਦਿਆਂ ਕਿ ਜਿਹੜਾ ਵੀ ਸਿਸਟਮ ਸਾਡਾ ਚੱਲ ਰਿਹਾ ਉਸ ਸਿਸਟਮ ਦੀ ਜੇ ਇਹ ਕਹੀ ਜਾਏ ਕਿ ਸੋਮਾ ਜਿਹੜਾ ਸੀਗਾ ਇੰਗਲਿਸ਼ ਲਾਜ਼ ਸਨ ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਇੰਡੀਅਨ ਪੀਨਲ ਕੋਡ 1860 'ਚ ਬਣਿਆ ਸੀ ਔਰ ਉਹਦੇ ਵਿੱਚ ਜੱਜਿਸ ਦੀ ਵੀ ਪ੍ਰੋਸੀਕਿਊਸ਼ਨ ਹੋ ਸਕਦੀ ਹੈ, ਮੈਜਿਸਟ੍ਰੇਟ ਦੀ ਵੀ ਪ੍ਰੋਸੀਕਿਊਸ਼ਨ ਹੋ ਸਕਦੀ ਹੈ ਸੈਕਸ਼ਨ 219 ਦੇ ਤਹਿਤ। ਲੇਕਿਨ 1985 ਦੇ ਵਿੱਚ ਜਾਂ ਉਸ ਤੋਂ ਬਾਅਦ ਕੁਝ ਪ੍ਰੋਵੀਜ਼ਨਸ ਐਸੀਆਂ ਜਿਹੜੀਆਂ ਉਹ ਕੱਢ ਦਿੱਤੀਆਂ ਗਈਆਂ ਜਿਨ੍ਹਾਂ ਨਾਲ ਇਹ ਜਿਹੜੀਆਂ ਐਗਜ਼ਿਸਟਿੰਗ ਪ੍ਰੋਵੀਜ਼ਨ ਸੀ ਉਹਨਾਂ ਨੂੰ ਲਿਕਵੀਡੇਟ ਕਰਨ ਲਈ, ਜੱਜਾਂ ਨੂੰ ਪ੍ਰੋਟੈਕਸ਼ਨ ਦੇਣ ਦੀ ਖਾਤਰ
ਇਹ ਜਿਹੜੀਆਂ ਕੁਝ ਅਨੈਕਟਮੈਂਟਸ ਕਰ ਦਿੱਤੀਆਂ ਗਈਆਂ, ਔਰ ਅਨੈਕਟਮੈਂਟ ਜਿਹੜੀਆਂ ਚੈਲੰਜ ਇਸ ਕਰਕੇ ਨਹੀਂ ਹੋ ਸਕਦੀਆਂ ਕਿਉਂਕਿ ਜੇ ਅਨੈਕਟਮੈਂਟ ਚੈਲੰਜ ਹੋਣੀ ਹੈ ਤੇ ਜਾਣੀ ਵੀ ਤਾਂ ਉਹਨਾਂ ਕੋਲ ਹੈ ਜਿਨ੍ਹਾਂ ਦੇ ਖਿਲਾਫ ਇਹ ਕੰਮ ਕਰਨਾ ਆਪਾਂ, ਤੇ ਫਿਰ ਹੂ ਵਿਲ ਬੈਲ ਦੀ ਕੈਟ। ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ, ਲੋਕਤੰਤਰ ਵੀ ਦੀ ਪੀਪਲ ਆਫ ਇੰਡੀਆ ਨੂੰ ਅਖਤਿਆਰ ਦਿੰਦਾ ਹੈ। ਮੇਰੇ ਦੇਸ਼ ਦੇ ਲੋਕੋ, ਇਹ ਦੇਸ਼ ਨੂੰ ਵਕੀਲਾਂ ਨੇ ਭਾਰਤ ਦੀ ਆਜ਼ਾਦੀ ਨੂੰ ਅੱਗੇ ਲਿਜਾਣ ਵੱਲ ਹਿੱਸਾ ਪਾਇਆ ਸੀ। ਅੱਜ ਤੁਸੀਂ ਸੁੱਤੇ ਨਾ ਰਹਿ ਜਿਓ, ਆਪਣੀ ਡਿਊਟੀ ਤੋਂ ਭੱਜ ਨਾ ਜਾਇਓ, ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਇਹ ਜਿਹੜੀਆਂ ਸਬਮਿਸ਼ਨਸ ਰੱਖੀਆਂ ਗਈਆਂ ਇਹ ਮਾਨਯੋਗ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿਚਾਰ ਅਧੀਨ ਜਿਹੜੀਆਂ ਜਾਣੀਆਂ ਚਾਹੀਦੀਆਂ। ਇਸ ਨੂੰ ਹਰ ਜਿਹੜਾ ਸੈੱਟ, ਹਰ ਜਿਹੜਾ ਮੋਬਾਈਲ ਫੋਨ ਹੈ, ਹਰ ਜਿਹੜਾ ਸੱਜਣ ਮਿੱਤਰ ਹੈ, ਸਬਸਕ੍ਰਾਈਬਰ ਹੈ, ਉਹ ਇਸ ਨੂੰ 2-2 4-4 ਕਰਕੇ ਅੱਗੇ ਕਰੇ। ਇਹ ਦੇਸ਼ ਦੇ ਹਿੱਤ ਦੀ ਗੱਲ ਹੈ, ਲੋਕਾਂ ਦੇ ਹਿੱਤ ਦੀ ਗੱਲ ਹੈ। ਇਹ ਦੇਖ ਲਓ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿੰਦਾ। ਇਹ ਖੁਸ਼ੀਆਂ ਖੇੜੇ ਜਿਹੜੇ ਇਹ ਚੱਲ ਰਹੇ ਨੇ, ਇਹ ਜਿਹੜੇ ਨੇ ਇਹਨਾਂ ਨੂੰ ਬਰਬਾਦ ਕਰਨ ਵਿੱਚ ਕਿਹਦਾ ਹੱਥ ਹੈ, ਇਹ ਵੀ ਇੱਕ ਦੇਖਣਾ ਯੋਗ ਸਥਾਨ ਹੋਏਗਾ ਤੁਹਾਡੇ ਵਾਸਤੇ। ਤੇ ਇਹ ਇੱਕ ਯੋਗ ਸਥਾਨ ਦੇ ਵਿੱਚੋਂ ਜੇ ਤੁਸੀਂ ਕੁਝ ਪ੍ਰਾਪਤੀ ਕਰ ਸਕਦੇ ਹੋ ਤੇ ਜ਼ਰੂਰ ਕਰਿਓ। ਮੇਰੀ ਇਹ ਵੀਡੀਓ ਮੈਂ ਇਹ ਸੋਚਾਂਗਾ ਕਿ ਮੇਰੇ ਦੇਸ਼ ਦੇ, ਮੇਰੇ ਕੌਂਸਟੀਟਿਊਸ਼ਨ ਦੇ ਲੋਕਾਂ ਦੇ ਕੰਮ ਆ ਗਈ ਹੈ, ਔਰ ਇਹ ਜੇ ਕੰਮ ਆ ਗਈ ਹੈ ਤੇ ਇਹੀ ਮੇਰੀ ਅੱਜ ਦੀ ਪ੍ਰਾਪਤੀ ਹੈ। ਇੰਨੀ ਠੰਡ ਦੇ ਵਿੱਚ ਇਹ ਵੀਡੀਓ ਕਰਨ ਦੀ, ਇਹ ਸੰਦੇਸ਼ਾ ਲਾਉਣ ਦੀ, ਭਾਰਤ ਦੇ ਲੋਕਤੰਤਰ ਹਿੱਤ, ਭਾਰਤ ਦੇ ਸੰਵਿਧਾਨ ਹਿੱਤ, ਭਾਰਤ ਦੀ ਯੂਨਿਟੀ ਹਿੱਤ, ਭਾਰਤ ਦਾ ਜਿਹੜਾ ਸਿਸਟਮ ਉਸ ਨੂੰ ਕਲੈਪਸ ਹੋਣ ਤੋਂ ਬਚਾਉਣ ਦੇ ਹਿੱਤ। ਅੱਜ ਆ ਦੇਖੋ, ਇੱਥੇ ਮੈਂ ਵੀਡੀਓ ਬੰਦ ਕਰਨ ਲੱਗਿਆ ਤੇ ਤੁਹਾਨੂੰ ਇੱਕ ਦਿਖਾ ਦਿੰਦਾ। ਗੁਲਾਬ ਤਾਂ ਲੱਗੇ ਹੋਏ ਨੇ ਲੇਕਿਨ ਪੱਤੀਆਂ ਕੋਈ ਨਹੀਂ। ਇਹ ਮੈਂ ਇੱਕ ਸੰਦੇਸ਼ਾ ਤੁਹਾਨੂੰ ਦੇ ਦਿੱਤਾ। ਗੁਲਾਬ ਲੱਗੇ ਹੋਏ ਨੇ, ਪੱਤੀਆਂ ਕੋਈ ਨਹੀਂ। ਤੇ ਗੁਲਾਬ ਦੀ ਜਿਹੜੀ ਗ੍ਰੇਸ ਹੈ ਉਹ ਪੱਤੀਆਂ ਦੇ ਨਾਲ ਹੀ ਹੁੰਦੀ ਹੈ। ਇੰਨੀ ਗੱਲ ਕਹਿੰਦਾ ਹੋਇਆ ਮੈਂ ਮਾਫੀ ਮੰਗਦਾ। ਤੇ ਜੇ ਕੋਈ ਕਿਸੇ ਦੇ ਵਿਚਾਰ ਨੂੰ ਜਾਂ ਵਿਚਾਰਾਂ ਨੂੰ ਠੇਸ ਲੱਗੀ ਹੋਵੇ, ਉਸ ਦੇ ਅਸੀਂ ਪ੍ਰੋਫੈਸਰ ਅਨਿਲ ਭਾਟੀਆ ਜੀ ਤੇ ਦਾਸ ਐਡਵੋਕੇਟ ਜਗਮੋਹਨ ਸਿੰਘ ਪੱਟੀ ਦੋਨੋਂ ਖਿਮਾ ਦੇ ਜਾਚਕ ਹਾਂ, ਔਰ ਇਸ ਨੂੰ ਪ੍ਰਵਾਨ ਕਰਿਓ ਤੇ ਦੇਸ਼ ਹਿੱਤ ਦੇ ਵਿੱਚ ਅੱਗੇ ਤੋਂ ਅੱਗੇ ਵਧਾਉਣ ਦਾ ਯਤਨ ਕਰਿਓ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਹੀਂ ਸਬਸਕ੍ਰਾਈਬ ਕੀਤਾ ਹੁਣ ਛੇਤੀ ਤੋਂ ਛੇਤੀ ਕਰ ਦਿਓ, ਅੱਗੇ ਤੋਂ ਅੱਗੇ ਪਹੁੰਚਾ ਦਿਓ। ਦੇਸ਼ ਦੇ ਹਿੱਤ ਵਿੱਚ ਗੱਲ ਲਿਆ ਦਿਓ, ਲੋਕਤੰਤਰ ਨੂੰ ਬਚਾ ਦਿਓ। ਸਤਿ ਸ੍ਰੀ ਅਕਾਲ।